ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ students today we continue read our chapter and today we discuss the topic comparing three sectors and GDP first we start first topic comparing three sectors ਇਸ ਦਾ ਮਤਲਬ ਇਹ ਕਿ ਪ੍ਰਾਇਮਰੀ ਸੈਕੰਡਰੀ ਔਰ ਟੈਰਟਰੀ ਸੈਕਟਰ ਦੀ ਕੰਪੈਰੀਜ਼ਨ ਕਰਨਾ ਭਾਵ ਇੱਕ ਦੂਸਰੇ ਨਾਲ ਤੁਲਨਾ ਕਰਨੀ ਤੇ ਵੇਖਣਾ ਕਿ ਕਿਸ ਸੈਕਟਰ ਨੇ ਇੱਕ ਪਾਰਟੀਕੂਲਰ ਟਾਈਮ ਪੀਰੀਅਡ ਦੇ ਦੌਰਾਨ ਕਿੰਨੀਆਂ ਵਸਤੂਆਂ ਤਿਆਰ ਕੀਤੀਆਂ ਹਨ, ਕਿੰਨੀ ਸਰਵਿਸ ਦਿੱਤੀ ਹੈ ਜਾਂ ਕਿੰਨੀ ਪ੍ਰੋਡਕਸ਼ਨ ਕੀਤੀ ਹੈ। ਜਦੋਂ ਇੱਥੇ ਮੈਂ ਸਰਵਿਸ ਵਰਡ ਯੂਜ਼ ਕਰਦਾ ਹਾਂ ਤਾਂ ਇਸ ਦਾ ਮਤਲਬ ਕਿ ਟੈਰੀਟਰੀ ਸੈਕਟਰ ਵਿੱਚ ਕੀਤੀਆਂ ਜਾਣ ਵਾਲੀਆਂ ਐਕਟੀਵਿਟੀਜ਼ ਦੀ ਗੱਲ ਹੋ ਰਹੀ ਹੈ। ਇੱਥੇ ਸਾਨੂੰ ਇੱਕ ਕੁਐਸਚਨ ਪੁੱਟ ਕੀਤਾ ਗਿਆ ਹੈ ਜਿਸ ਦੀ ਟਰਾਂਸਲੇਸ਼ਨ ਹੈ ਕਿ ਅਸੀਂ ਕਿਵੇਂ ਜਾਣਦੇ ਹਾਂ ਕਿ ਕਿਸ ਸੈਕਟਰ ਨੇ ਕਿੰਨੀਆਂ ਵਸਤੂਆਂ ਤਿਆਰ ਕੀਤੀਆਂ ਹਨ, ਕਿੰਨੀ ਸਰਵਿਸ ਦਾ ਯੋਗਦਾਨ ਦਿੱਤਾ ਹੈ, ਹਰੇਕ ਸੈਕਟਰ ਵੱਲੋਂ ਕਿੰਨੀ ਪੈਦਾਵਾਰ ਕੀਤੀ ਗਈ ਹੈ। ਆਨਸਰ ਆਫ ਅਬਵ ਕੁਐਸਚਨ ਇਨ ਸਿੰਪਲ ਵਰਡਸ ਇਜ਼ ਦੈਟ we do not need to count every good means ਵਸਤੂ ਬਣਾਉਣ ਲਈ ਅਸੀਂ ਰॉ ਮਟੀਰੀਅਲ ਵਰਤਿਆ, ਫੈਕਟਰੀ ਵਿੱਚ ਰॉ ਮਟੀਰੀਅਲ ਵਿੱਚ ਕੁਝ ਮਿਕਸ ਕੀਤਾ ਗਿਆ ਹੈ ਜਾਂ ਇਸ ਰॉ ਮਟੀਰੀਅਲ ਨੂੰ ਵਰਤ ਕੇ ਕਿੰਨੇ ਪ੍ਰੋਡਕਟਸ ਤਿਆਰ ਕੀਤੇ ਗਏ ਨੇ, ਇਹਨਾਂ ਸਭ ਨੂੰ ਕਾਊਂਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਫੈਕਟਰੀ ਵੱਲੋਂ ਜੋ ਫਾਈਨਲ ਪ੍ਰੋਡਕਟ ਤਿਆਰ ਕੀਤਾ ਜਾਂਦਾ ਸਿਰਫ ਉਸ ਦੀ ਵੈਲਿਊ ਹੀ ਕਾਊਂਟ ਕੀਤੀ ਜਾਂਦੀ ਹੈ। ਹੋਰ ਕਲੈਰੀਫਿਕੇਸ਼ਨ ਲਈ ਆਪਾਂ ਨੈਕਸਟ 2 ਪੁਆਇੰਟਸ ਰੀਡ ਕਰਕੇ ਇੱਕ ਐਗਜ਼ਾਮਪਲ ਵੇਖਦੇ ਹਾਂ। ਪੁਆਇੰਟ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਅਸੀਂ ਫਾਈਨਲ ਪ੍ਰੋਡਕਟ ਦੀ ਵੈਲਿਊ ਕਾਊਂਟ ਕਰਦੇ ਹਾਂ ਤਾਂ ਉਸ ਫਾਈਨਲ ਪ੍ਰੋਡਕਟ ਨੂੰ ਤਿਆਰ ਕਰਨ ਲਈ ਰॉ ਮਟੀਰੀਅਲ ਵਿੱਚ ਜੋ ਕੁਝ ਇਨਗਰੀਡੀਐਂਟਸ ਮੀਨਸ ਪਦਾਰਥ ਮਿਲਾਏ ਜਾਂਦੇ ਸੀ ਜਾਂ ਮਿਲਾਏ ਗਏ ਇਹਨਾਂ ਸਭ ਦੀ ਵੈਲਿਊ ਵੀ ਐਡ ਕਰ ਦਿੱਤੀ ਜਾਂਦੀ ਹੈ। ਨੈਕਸਟ ਪੁਆਇੰਟ ਵਿੱਚ ਦੱਸਿਆ ਗਿਆ ਕਿ 3 ਸੈਕਟਰ ਵੱਲੋਂ ਜੋ ਇੱਕ ਪਾਰਟੀਕੂਲਰ ਟਾਈਮ ਦੌਰਾਨ ਪ੍ਰੋਡਕਸ਼ਨ ਪੈਦਾਵਾਰ ਕੀਤੀ ਜਾਂਦੀ ਹੈ ਉਸ ਨੂੰ ਅਸੀਂ GDP ਜਿਸ ਦੀ ਫੁੱਲ ਫਾਰਮ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਆਖਿਆ ਜਾਂਦਾ ਹੈ। ਇਸ ਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਕਲੀਅਰ ਕਰਦੇ ਹਾਂ ਕਿ ਇਹ GDP ਕੀ ਹੁੰਦੀ ਹੈ ਅਤੇ ਕਿਵੇਂ ਇਸ ਨੂੰ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਨਾਓ ਵੀ ਡਿਸਕਸ ਐਗਜ਼ਾਮਪਲ ਵਾਈ ਸ਼ੁੱਡ ਵੀ ਨੋ ਨੀਡ ਟੂ ਐਡ ਦਾ ਵੈਲਿਊ ਆਫ ਈਚ ਇਨਗਰੀਡੀਐਂਟ। ਮੰਨ ਲਓ ਕਿ ਇੱਕ ਕਿਸਾਨ ਨੇ ਜਾਂ ਕੁਝ ਕਿਸਾਨਾਂ ਨੇ ਰਲ ਕੇ ਜਿਹੜਾ ਵਾ 50,000 kg ਵੀਟ ਦੀ ਪ੍ਰੋਡਕਸ਼ਨ ਕੀਤੀ, 50,000 ਕਿਲੋ ਕਣਕ ਤਿਆਰ ਕੀਤੀ ਅਤੇ ਇਸ ਨੂੰ 8 ਰੁਪੀਸ ਪਰ kg ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਵੇਚ ਕੇ 4 ਲੱਖ ਰੁਪੀਸ ਕਮਾ ਲਈ। ਹੁਣ ਇਸ ਵੀਟ ਤੋਂ ਇੱਕ ਕੰਪਨੀ ਬਿਸਕੁਟਸ ਤਿਆਰ ਕਰਨਾ ਚਾਹੁੰਦੀ ਹੈ। ਉਹ ਇਸ ਵਿੱਚ ਕੋਈ ਹੋਰ ਇਨਗਰੀਡੀਐਂਟ ਜਿਵੇਂ ਨਟਸ, ਮਿਲਕ, ਸ਼ੂਗਰ, ਆਇਲ ਐਕਸੈਕਟਰਾ ਐਡ ਕਰ ਦੇਵੇਗੀ ਅਤੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਮਿਕਸ ਕਰਕੇ ਬਿਸਕੁਟ ਤਿਆਰ ਕਰੇਗੀ। ਬਿਸਕੁਟਸ ਤਿਆਰ ਕਰਨ ਤੋਂ ਬਾਅਦ ਇਹ ਕੰਪਨੀ 15 ਰੁਪੀਸ ਪਰ ਪੈਕ ਦੇ ਹਿਸਾਬ ਨਾਲ ਬਿਸਕੁਟ ਸੇਲ ਕਰ ਰਹੀ ਹੈ। ਹੁਣ ਜਦੋਂ ਕਸਟਮਰ ਇਹ 15 ਰੁਪੀਸ ਦਾ ਇੱਕ ਪੈਕ ਖਰੀਦੇਗਾ ਤਾਂ ਕਸਟਮਰ ਨੂੰ ਇਹਨਾਂ 15 ਰੁਪੀਸ ਤੋਂ ਇਲਾਵਾ ਕੋਈ ਐਕਸੈਕਟਰਾ ਪੈਸਾ ਨਹੀਂ ਦੇਣਾ ਪਏਗਾ। ਮਤਲਬ ਇਸ ਦੇ ਵਿੱਚ ਬਿਸਕੁਟ ਬਣਾਉਣ ਵੇਲੇ ਜੋ ਮਿਲਕ, ਨਟਸ ਜਾਂ ਵੀਟ ਐਡ ਕੀਤੀ ਸੀ ਕਸਟਮਰ ਨੂੰ ਉਹਨਾਂ ਦਾ ਕੋਈ ਪੈਸਾ ਨਹੀਂ ਦੇਣਾ ਪਏਗਾ। ਕਿਉਂਕਿ ਜਦੋਂ ਬਿਸਕਿਟਸ ਦਾ 50 ਰੁਪੀਸ ਪਰ ਪੈਕ ਦੇ ਹਿਸਾਬ ਨਾਲ ਰੇਟ ਨਿਰਧਾਰਿਤ ਕੀਤਾ ਗਿਆ, ਨਿਸ਼ਚਿਤ ਕੀਤਾ ਗਿਆ, ਉਸ ਰੇਟ ਦੇ ਵਿੱਚ ਪਹਿਲਾਂ ਹੀ ਰॉ ਮਟੀਰੀਅਲ ਜਾਂ ਇਸ ਵਿੱਚ ਐਡ ਕੀਤੇ ਗਏ ਇਨਗਰੀਡੀਐਂਟ ਦੀ ਕੀਮਤ ਵੈਲਿਊ ਐਡ ਕੀਤੀ ਜਾ ਚੁੱਕੀ ਹੈ। ਅਗਰ ਅਸੀਂ ਇਸ 15 ਰੁਪੀਸ ਤੋਂ ਇਲਾਵਾ ਮਿਲਕ, ਸ਼ੂਗਰ, ਨਟਸ ਐਕਸੈਕਟਰਾ ਦੀ ਵੈਲਿਊ ਫਿਰ ਦੁਬਾਰਾ ਐਡ ਕਰਦੇ ਹਾਂ ਤਾਂ ਇਸ ਦਾ ਮਤਲਬ ਹੋਵੇਗਾ ਕਿ ਅਸੀਂ ਕਿਸੇ ਇੱਕ ਹੀ ਪਦਾਰਥ ਦੀ ਵੈਲਿਊ ਬਾਰ-ਬਾਰ ਜਾਂ ਮਤਲਬ ਕਹਿ ਲਓ ਇੱਕ ਤੋਂ ਜ਼ਿਆਦਾ ਵਾਰ ਐਡ ਕਰ ਰਹੇ ਹਾਂ। ਸੋ ਇਸ ਤਰ੍ਹਾਂ ਜਦੋਂ ਕਿਸੇ ਫਾਈਨਲ ਪ੍ਰੋਡਕਟ ਦੀ ਵੈਲਿਊ ਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਉਸ ਵੈਲਿਊ ਨਿਸ਼ਚਿਤ ਕਰਨ ਤੋਂ ਪਹਿਲਾਂ ਜੋ ਵੀ ਮਿਕਸ ਪਦਾਰਥ ਉਸ ਦੇ ਵਿੱਚ ਕੀਤੇ ਜਾਂਦੇ ਨੇ ਉਹਨਾਂ ਸਾਰਿਆਂ ਦੀ ਵੈਲਿਊ ਐਡ ਕਰ ਦਿੱਤੀ ਜਾਂਦੀ। ਨੈਕਸਟ ਇੱਕ ਐਗਜ਼ਾਮਪਲ ਅਸੀਂ ਕਾਟਨ ਦੀ ਲੈਂਦੇ ਹਾਂ। ਮਾਰਕੀਟ ਵਿੱਚ ਕਾਟਨ 50 ਰੁਪੀਸ ਪਰ kg ਦੇ ਹਿਸਾਬ ਨਾਲ ਰॉ ਮਟੀਰੀਅਲ ਦੇ ਤੌਰ 'ਤੇ ਸੇਲ ਕਰ ਦਿੱਤਾ ਗਿਆ। ਟੈਕਸਟਾਈਲ ਕੰਪਨੀ ਨੇ ਲੇਬਰ, ਵਾਟਰ, ਇਲੈਕਟ੍ਰੀਸਿਟੀ, ਯਾਰਨ ਮੀਨਸ ਧਾਗਾ, ਮਸ਼ੀਨਰੀ ਆਦਿ ਐਕਸੈਕਟਰਾ ਯੂਜ਼ ਕਰਕੇ ਇਸ ਕਾਟਨ ਤੋਂ ਕੱਪੜਾ ਬਣਾ ਲਿਆ। ਕੱਪੜਾ ਬਣਾ ਕੇ ਉਸ ਕੰਪਨੀ ਇਸ ਨੂੰ 100 ਰੁਪੀਸ ਪਰ ਮੀਟਰ ਦੇ ਹਿਸਾਬ ਨਾਲ ਸੇਲ ਕਰ ਦਿੱਤਾ। ਨੈਕਸਟ ਕਿਸੇ ਗਵਰਨਮੈਂਟ ਵਾਲੀ ਕੰਪਨੀ ਨੇ ਇਹ ਕੱਪੜਾ ਖਰੀਦ ਕੇ ਸ਼ਰਟ ਤਿਆਰ ਕਰਕੇ ਇਸ ਸ਼ਰਟ ਨੂੰ 400 ਰੁਪੀਸ ਦੀ ਵੇਚ ਦਿੱਤਾ। ਹੁਣ ਇਸ ਦਾ 400 ਰੁਪੀਸ ਪ੍ਰਾਈਜ਼ ਜੋ ਨਿਸ਼ਚਿਤ ਕੀਤਾ ਗਿਆ ਹੈ ਉਸ ਵਿੱਚ ਰॉ ਮਟੀਰੀਅਲ ਕਾਟਨ 50 ਰੁਪੀਸ ਪਰ kg, ਸੈਕੰਡਰੀ ਸੈਕਟਰ ਵਿੱਚ ਇਸ ਤੋਂ ਬਣੇ ਕੱਪੜੇ ਦੀ ਵੈਲਿਊ 100 ਰੁਪੀਸ ਪਰ ਮੀਟਰ ਦੀ ਵੈਲਿਊ ਵੀ ਪਹਿਲਾਂ ਹੀ ਐਡ ਕੀਤੀ ਜਾ ਚੁੱਕੀ ਹੈ। ਇਹ 3 ਸੈਕਟਰ ਵੱਲੋਂ ਜੋ ਇੱਕ ਪਾਰਟੀਕੂਲਰ ਟਾਈਮ ਦੌਰਾਨ ਪ੍ਰੋਡਕਸ਼ਨ ਪੈਦਾਵਾਰ ਕੀਤੀ ਜਾਂਦੀ ਹੈ ਉਸ ਨੂੰ ਅਸੀਂ GDP ਜਿਸ ਦੀ ਫੁੱਲ ਫਾਰਮ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ ਆਖਿਆ ਜਾਂਦਾ ਹੈ। ਇਸ ਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਕਲੀਅਰ ਕਰਦੇ ਹਾਂ ਕਿ ਇਹ GDP ਕੀ ਹੁੰਦੀ ਹੈ ਅਤੇ ਕਿਵੇਂ ਇਸ ਨੂੰ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਐਗਜ਼ਾਮਪਲ ਲਈ ਮੰਨ ਲਓ ਕਿ ਪ੍ਰਾਇਮਰੀ ਸੈਕਟਰ ਨੇ ਇੱਕ ਸਾਲ ਦੇ ਦੌਰਾਨ
1000 ਕਰੋੜ ਦਾ ਰॉ ਮਟੀਰੀਅਲ ਤਿਆਰ ਕੀਤਾ। ਸੈਕੰਡਰੀ ਸੈਕਟਰ ਨੇ ਇਸ ਰॉ ਮਟੀਰੀਅਲ ਨੂੰ ਯੂਜ਼ ਕਰਕੇ 1500 ਕਰੋੜ ਦੇ ਪ੍ਰੋਡਕਟ ਤਿਆਰ ਕਰ ਦਿੱਤੇ। ਸੋ ਟੈਰੀਟਰੀ ਸੈਕਟਰ ਨੇ ਕੀ ਕੀਤਾ, ਇਸ ਨੂੰ ਸੇਲ ਕਰਕੇ ਜਾਂ ਕੋਈ ਹੋਰ ਸਰਵਿਸ ਦੇ ਕੇ ਇਸ ਨੂੰ 2000 ਕਰੋੜ ਦਾ ਬਿਜ਼ਨਸ ਕਰ ਲਿਆ ਜਾਂ ਪੈਸੇ ਕਮਾ ਲਏ। ਅਖੀਰ ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ ਪਲੱਸ ਟੈਰੀਟਰੀ ਸੈਕਟਰ ਵੱਲੋਂ ਜੋ ਕੁਛ ਵੀ ਕਮਾਈ ਕੀਤੀ ਗਈ ਇਨਕਮ ਉਹਨਾਂ ਦੇ ਕੋਲ ਆਈ, ਰॉ ਮਟੀਰੀਅਲ ਤਿਆਰ ਕਰਤੇ ਜਾਂ ਗੁੱਡਸ ਤਿਆਰ ਕਰਨ 'ਤੇ ਜਾਂ ਸਰਵਿਸ ਦੇ ਕੇ ਜੋ ਪੈਸਾ ਉਹਨਾਂ ਕੋਲ ਆਇਆ, ਜਿਵੇਂ ਪ੍ਰਾਇਮਰੀ ਸੈਕਟਰ ਕੋਲ 1000, ਸੈਕੰਡਰੀ ਸੈਕਟਰ ਦੇ ਕੋਲ 1500 ਕਰੋੜ, ਟੈਰੀਟਰੀ ਸੈਕਟਰ ਕੋਲ 2000 ਕਰੋੜ। ਸੋ ਇਹਨਾਂ ਦਾ ਟੋਟਲ ਹੋ ਜਾਂਦਾ 4500 ਕਰੋੜ। ਇਹ 4500 ਕਰੋੜ ਤਿੰਨੋਂ ਸੈਕਟਰ ਵੱਲੋਂ ਕੀਤੀ ਗਈ ਪ੍ਰੋਡਕਸ਼ਨ ਹੈ, ਜਿਸ ਨੂੰ ਅਸੀਂ GDP ਆਖਦੇ ਹਾਂ। ਨੈਕਸਟ ਟੋਪਿਕ ਸਾਡੇ ਕੋਲ ਆ ਜਾਂਦਾ ਹੈ ਹਿਸਟੋਰੀਕਲ ਚੇਂਜ ਇਨ ਸੈਕਟਰ। ਮੀਨਸ ਸੈਕਟਰ ਵਿਚਕਾਰ ਇਤਿਹਾਸਿਕ ਬਦਲਾਅ। ਕਿਸੇ ਇੰਸੀਡੈਂਟ ਨਾਲ ਅਸੀਂ ਹਿਸਟੋਰੀਕਲ ਵਰਡ ਉਸ ਸਮੇਂ ਯੂਜ਼ ਕਰਦੇ ਹਾਂ ਜਦੋਂ ਵਾਕਿਆ ਹੀ ਕੋਈ ਬੜੀ ਵੱਡੀ ਚੇਂਜ ਹੋਈ ਹੋਵੇ। ਜਿਵੇਂ ਐਗਜ਼ਾਮਪਲ ਲਈ ਅਸੀਂ ਹੁਣ COVID-19 ਦੇ ਕਾਰਨ ਆਪਣੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਬੰਦ ਹੋਣ ਕਰਕੇ ਕਲਾਸਰੂਮ ਔਰ ਫੇਸ ਟੂ ਫੇਸ ਸਟੱਡੀ ਨੂੰ ਛੱਡ ਕੇ ਔਨਲਾਈਨ ਸਟੱਡੀ ਕਰ ਰਹੇ ਹਾਂ। ਇਹ ਇੱਕ ਹਿਸਟੋਰੀਕਲ ਚੇਂਜ ਹੈ। ਇਸੇ ਤਰ੍ਹਾਂ ਅਸੀਂ ਜੇਕਰ ਇਕਨੋਮਿਕਸ ਸੈਕਟਰ ਦੀ ਗੱਲ ਕਰੀਏ ਤਾਂ ਇਹਨਾਂ ਦੀ ਇੰਪੋਰਟੈਂਸ ਵਿੱਚ ਵੀ ਟਾਈਮ ਟੂ ਟਾਈਮ ਚੇਂਜਿਸ ਆਉਂਦੀਆਂ ਰਹੀਆਂ ਨੇ। ਇਨੀਸ਼ੀਅਲੀ ਸ਼ੁਰੂਆਤੀ ਸਮੇਂ ਦੇ ਵਿੱਚ ਡਿਵੈਲਪਡ ਕੰਟਰੀਜ਼ ਹੈ ਜਿਵੇਂ ਅਮੈਰੀਕਾ, ਇੰਗਲੈਂਡ, ਫਰਾਂਸ, ਇਹਨਾਂ ਦੇ ਵਿਚਕਾਰ ਪ੍ਰਾਇਮਰੀ ਸੈਕਟਰ ਜਿਹੜਾ ਇਸ ਨੂੰ ਹੀ ਪ੍ਰਮੁੱਖ ਮੰਨਿਆ ਜਾਂਦਾ ਸੀ। ਨੈਕਸਟ ਪੁਆਇੰਟ ਸਾਡੇ ਕੋਲ ਆ ਜਾਂਦਾ ਕਿ ਫਾਰਮਿੰਗ ਦੇ ਮੈਥਡਸ ਵਿੱਚ ਚੇਂਜ ਆਉਣ ਨਾਲ ਪ੍ਰੋਡਕਸ਼ਨ ਵਿੱਚ ਵਾਧਾ ਹੋਇਆ। ਵਾਧੂ ਅਨਾਜ ਪੈਦਾ ਹੋਣ ਕਰਕੇ ਲੋਕਾਂ ਦੀ ਅਨਾਜ ਪ੍ਰਤੀ ਚਿੰਤਾ ਘੱਟ ਗਈ, ਕਿਉਂਕਿ ਪਹਿਲਾਂ ਲੋਕਾਂ ਨੂੰ ਫਿਕਰ ਲੱਗਾ ਹੁੰਦਾ ਸੀ ਕਿ ਅਸੀਂ ਅੱਜ ਅਨਾਜ ਖਾ ਲਿਆ, ਰੋਟੀ ਖਾ ਲਈਏ, ਕੱਲ੍ਹ ਨੂੰ ਕੀ ਖਾਣਾ ਹੈ, ਪਰਸੋਂ ਕੀ ਖਾਣਾ ਹੈ। ਉਹਨਾਂ ਨੂੰ ਅਨਾਜ ਦੀ ਚਿੰਤਾ ਲੱਗੀ ਹੁੰਦੀ ਸੀ, ਇਸ ਕਰਕੇ ਉਹ ਹਮੇਸ਼ਾ ਭੋਜਨ ਦੀ ਭਾਲ ਵਿੱਚ ਰਹਿੰਦੇ ਸਨ। ਪਰ ਜਦੋਂ ਉਹਨਾਂ ਕੋਲ ਅਨਾਜ ਵਾਧੂ ਹੋ ਗਿਆ, ਲੋਕਾਂ ਨੇ ਆਪਣੇ ਆਪ ਨੂੰ ਫਿਰ ਹੋਰ ਕੁਝ ਵਰਕ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ। ਕੁਝ ਲੋਕ ਨੇ ਜਿਹੜਾ ਆਪਣੇ ਆਪ ਨੂੰ ਕਰਾਫਟਸ, ਕਾਰੀਗਰੀ ਦੇ ਕੰਮ ਵਿੱਚ ਲਗਾ ਲਿਆ, ਕੁਝ ਵਪਾਰੀ ਬਣ ਗਏ, ਕੁਝ ਲੋਕ ਜਿਹੜਾ ਸਰਕਾਰ ਦੇ ਕੋਲ ਐਡਮਿਨਿਸਟ੍ਰੇਟਿਵ ਵਰਕ ਕਰਨ ਲੱਗ ਪਏ, ਕੁਝ ਨੇ ਆਰਮੀ ਜੁਆਇਨ ਕਰ ਲਈ। ਪਰ ਜਦੋਂ ਸਾਰਾ ਕੁਛ ਇਹ ਕੀਤਾ ਜਾ ਰਿਹਾ ਸੀ, ਉਸ ਸਮੇਂ ਦੌਰਾਨ ਕੀ ਹੋਇਆ ਕਿ ਸਾਰੇ ਪ੍ਰੋਡਕਟ ਨੈਚੁਰਲ ਰਿਸੋਰਸਿਸ ਦੇ ਹੀ ਤਿਆਰ ਕੀਤੇ ਜਾਂਦੇ ਸਨ। ਕੋਈ ਫੈਕਟਰੀਜ਼ ਵਗੈਰਾ ਨਹੀਂ ਸੀ ਹੁੰਦੀਆਂ, ਕੋਈ ਮਸ਼ੀਨਾਂ ਵਗੈਰਾ ਦੀ ਘਾਟ ਹੀ ਹੁੰਦੀ ਸੀ। ਇਸ ਕਰਕੇ ਇਸ ਸਮੇਂ ਦੌਰਾਨ ਹੀ ਫਿਰ ਨੈਚੁਰਲ ਰਿਸੋਰਸਿਸ ਯੂਜ਼ ਹੋਣ ਦਾ ਕਰਕੇ ਪ੍ਰਾਇਮਰੀ ਸੈਕਟਰ ਦੀ ਪ੍ਰਮੁੱਖਤਾ ਬਣੀ ਰਹੀ। ਪ੍ਰਾਇਮਰੀ ਸੈਕਟਰ ਹੋਰਨਾਂ ਸੈਕਟਰਾਂ ਨਾਲੋਂ ਜ਼ਿਆਦਾ ਇੰਪੋਰਟੈਂਟ ਬਣਿਆ ਰਿਹਾ। ਪਰ ਇੱਕ ਲੰਬਾ ਸਮਾਂ ਬਾਅਦ, ਕਰੀਬ 100 ਈਅਰਸ ਬਾਅਦ, ਹੌਲੀ ਹੌਲੀ ਮਸ਼ੀਨਰੀ ਦੀ ਇਨਵੈਂਸ਼ਨ ਦੇ ਨਾਲ ਹੁਣ ਬਹੁਤ ਸਾਰੇ ਪ੍ਰੋਡਕਟ ਹੱਥਾਂ ਦੀ ਬਜਾਏ ਮਸ਼ੀਨ ਨਾਲ ਫੈਕਟਰੀਜ਼ ਵਿੱਚ ਤਿਆਰ ਹੋਣ ਲੱਗ ਪਏ। ਇਹ ਪ੍ਰੋਡਕਟ ਇੱਕ ਤਾਂ ਲਾਰਜ ਕੁਆਂਟਿਟੀ ਮਸ਼ੀਨਾਂ ਦੇ ਨਾਲ ਜਲਦੀ ਹੀ ਬਹੁਤ ਸਾਰੇ ਪ੍ਰੋਡਕਟ ਤਿਆਰ ਕਰ ਲਏ ਜਾਂਦੇ ਸਨ, ਅਤੇ ਹੱਥਾਂ ਦੇ ਨਾਲੋਂ ਬਣੇ ਪ੍ਰੋਡਕਟ ਨਾਲੋਂ ਇਹ ਪ੍ਰੋਡਕਟ ਜ਼ਿਆਦਾ ਚੀਪਲੀ ਸਸਤੇ ਵੀ ਹੁੰਦੇ ਸਨ। ਸੋ ਇਹਨਾਂ ਦੀ ਡਿਮਾਂਡ ਵੱਧ ਗਈ। ਹੁਣ ਇਸ ਸੈਕਟਰ ਵਿੱਚ ਬਹੁਤ ਸਾਰੇ ਪੀਪਲਸ ਨੇ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੋ ਹੁਣ ਪ੍ਰਾਇਮਰੀ ਸੈਕਟਰ ਦੀ ਬਜਾਏ ਸੈਕੰਡਰੀ ਸੈਕਟਰ ਦੇ ਵਿੱਚ ਡਿਮਾਂਡ ਵੱਧ ਗਈ, ਇਸ ਸੈਕਟਰ ਦੀ ਇੰਪੋਰਟੈਂਸ ਜ਼ਿਆਦਾ ਬਣ ਗਈ। ਪਰ ਨੈਕਸਟ 100 ਈਅਰਸ ਵਿੱਚ ਫਿਰ ਕੀ ਹੋਇਆ ਕਿ ਹੁਣ ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ ਨੂੰ ਛੱਡ ਕੇ ਟੈਰੀਟਰੀ ਸੈਕਟਰ ਜਿਹੜਾ ਉਹ ਅੱਗੇ ਆਉਣਾ ਸ਼ੁਰੂ ਹੋ ਗਿਆ। ਪੀਪਲਸ ਨੂੰ ਪ੍ਰੋਡਕਸ਼ਨ ਤੋਂ ਇਲਾਵਾ ਹੌਸਪੀਟਲ, ਐਜੂਕੇਸ਼ਨ, ਐਡਮਿਨਿਸਟ੍ਰੇਟਿਵ ਅਫਸਰ, ਟਰਾਂਸਪੋਰਟ, ਬੈਂਕਸ, ਇੰਸ਼ੋਰੈਂਸ ਸੈਕਟਰ ਦੀ ਲੋੜ ਰੀਅਲਾਈਜ਼ ਹੋਣ ਲੱਗੀ। ਸੋ ਇਸ ਨੈਸੈਸਿਟੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕਾਂ ਨੇ ਆਪਣੀ ਸਕਿੱਲ ਅਨੁਸਾਰ ਵਰਕ ਕਰਨਾ ਸ਼ੁਰੂ ਕਰ ਦਿੱਤਾ, ਔਰ ਇਸ ਸੈਕਟਰ ਦੀ ਡੋਮੀਨੇਸ਼ਨ ਦੂਸਰੇ ਦੋਨਾਂ ਸੈਕਟਰ ਉੱਪਰ ਬਣ ਕੇ ਸਾਹਮਣੇ ਆ ਗਈ। ਨੈਕਸਟ ਸਾਡੇ ਕੋਲ ਟੌਪਿਕ ਆਉਂਦਾ ਹੈ ਪ੍ਰਾਇਮਰੀ, ਸੈਕੰਡਰੀ ਐਂਡ ਟੈਰੀਟਰੀ ਸੈਕਟਰ ਇਨ ਇੰਡੀਆ। ਨੈਕਸਟ ਇਸ ਚੀਜ਼ ਨੂੰ ਐਕਸਪਲੇਨ ਕਰਨ ਲਈ ਸਾਡੇ ਕੋਲ 1973, 74 ਐਂਡ 2013-14 ਈਅਰ ਦੀ GDP ਦਾ ਗ੍ਰਾਫ ਹੈ, ਜਿਸ ਵਿੱਚ ਪਾਰਟੀਕੂਲਰ ਈਅਰ ਸਮੇਂ ਈਚ ਸੈਕਟਰ ਵੱਲੋਂ ਕੀਤੀ ਗਈ ਪ੍ਰੋਡਕਸ਼ਨ ਦੀ ਡਿਟੇਲ ਦਿੱਤੀ ਗਈ ਹੈ। ਸੋ ਯੂ ਨੀਡ ਟੂ ਰੀਡ ਦਾ ਗ੍ਰਾਫ ਕੇਅਰਫੁਲੀ ਐਂਡ ਆਂਸਰ ਦਾ ਕੁਐਸਚਨਸ ਡੈਟ ਆਈ ਵਿਲ ਸੈਂਡ ਯੂ ਲੇਟਰ ਐਜ਼ ਹੋਮਵਰਕ। ਨੈਕਸਟ ਟੌਪਿਕ ਸਾਡੇ ਕੋਲ ਆਉਂਦਾ ਹੈ ਰਾਈਜ਼ਿੰਗ ਇੰਪੋਰਟੈਂਸ ਆਫ ਟੈਰੀਟਰੀ ਸੈਕਟਰ ਇਨ ਇੰਡੀਆ। ਹੁਣ ਇੱਥੇ ਅਸੀਂ 1973 ਐਂਡ 74 ਔਰ 2013 ਐਂਡ 14 ਦਾ ਗ੍ਰਾਫ ਵੇਖਦੇ ਹਾਂ ਤਾਂ ਹਰੇਕ ਸੈਕਟਰ ਦੀ ਪ੍ਰੋਡਕਸ਼ਨ ਵਿੱਚ ਵਾਧਾ ਹੋਇਆ ਹੈ। ਬਟ ਇਨ 2013 ਐਂਡ 14 ਟੈਰੀਟਰੀ ਸੈਕਟਰ ਲਾਰਜੈਸਟ ਪ੍ਰੋਡਕਸ਼ਨ ਸੈਕਟਰ ਵਜੋਂ ਇਮਰਜ ਹੋਇਆ ਹੈ। ਕਿ 2013-14 ਦੇ ਗ੍ਰਾਫ ਦੇ ਵਿੱਚ ਦੇਖੀਏ ਕਿ ਟੈਰੀਟਰੀ ਸੈਕਟਰ ਨੇ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕੀਤੀ ਹੈ। ਨੈਕਸਟ ਸਾਨੂੰ ਕੁਐਸਚਨ ਪੁੱਟ ਕੀਤਾ ਗਿਆ ਹੈ ਵਾਈ ਦਾ ਟੈਰੀਟਰੀ ਸੈਕਟਰ ਬਿਕਮਿੰਗ ਸੋ ਇੰਪੋਰਟੈਂਟ ਇਨ ਇੰਡੀਆ। ਮੀਨਸ ਇੰਡੀਆ ਵਿੱਚ ਟੈਰੀਟਰੀ ਸੈਕਟਰ ਇੰਨਾ ਮਹੱਤਵਪੂਰਨ ਕਿਉਂ
बन गया। There could be several reasons why the territory sector becoming so important in India. So we discuss the point one by one. First point is ਹਰੇਕ ਕੰਟਰੀ ਵਿੱਚ ਹੌਸਪੀਟਲ, ਐਜੂਕੇਸ਼ਨ, ਪੋਸਟਲ ਸਰਵਿਸ, ਡਿਫੈਂਸ, ਪੁਲਿਸ ਐਕਸੈਕਟਰਾ ਦੀ ਲੋੜ ਹੁੰਦੀ ਹੈ। ਸੋ ਗੌਰਮੈਂਟ ਨੇ ਇਹਨਾਂ ਸਰਵਿਸ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਸੋ ਗੌਰਮੈਂਟ ਨੇ ਜਦੋਂ ਇਹਨਾਂ ਚੀਜ਼ਾਂ ਦਾ ਪ੍ਰਬੰਧ ਕੀਤਾ ਤਾਂ ਇਸ ਸੈਕਟਰ ਦਾ ਵਿਕਾਸ ਹੋਇਆ। ਸੈਕੰਡਲੀ ਇਸ ਦੀ ਡਿਵੈਲਪਮੈਂਟ ਦਾ ਕਾਰਨ ਸੀ ਕਿ ਐਗਰੀਕਲਚਰ ਐਂਡ ਇੰਡਸਟਰੀਅਲ ਪ੍ਰੋਡਕਸ਼ਨ ਦੀ ਇਨਕਰੀਜ਼ਿੰਗ ਨਾਲ ਟਰਾਂਸਪੋਰਟ, ਟ੍ਰੇਡ, ਸਟੋਰੇਜ ਐਕਸੈਕਟਰਾ ਸਰਵਿਸ ਦੀ ਡਿਮਾਂਡ ਵਿੱਚ ਵਾਧਾ ਹੋ ਗਿਆ। ਸੋ ਇੱਕ ਵਾਰੀ ਫਿਰ ਇਸ ਸੈਕਟਰ ਦੀ ਡਿਮਾਂਡ ਵੱਧ ਗਈ। ਥਰਡ ਇਸ ਦਾ ਰੀਜ਼ਨ ਆ ਜਾਂਦਾ ਹੈ ਸਾਡੇ ਕੋਲ ਪ੍ਰੋਡਕਸ਼ਨ ਇਨਕਰੀਜ਼ ਹੋਣ ਦੇ ਨਾਲ ਪੀਪਲਸ ਦੀਆਂ ਡਿਮਾਂਡਸ ਵੀ ਵਧੀਆਂ। ਪੀਪਲਸ ਨੇ ਈਟਿੰਗ, ਸ਼ੋਪਿੰਗ, ਲਗਜ਼ਰੀ ਆਈਟਮਸ ਅਤੇ ਹੋਰ ਕਈ ਤਰ੍ਹਾਂ ਦੀਆਂ ਲੋੜਾਂ ਮਹਿਸੂਸ ਕੀਤੀਆਂ, ਜਿਸ ਦੀ ਪੂਰਤੀ ਕਰਨ ਲਈ ਇਹ ਸੈਕਟਰ ਫਿਰ ਇੱਕ ਵਾਰੀ ਅੱਗੇ ਆਇਆ। ਫੋਰਥ ਰੀਜ਼ਨ ਹੈ ਸਾਡੇ ਕੋਲ ਪਿਛਲੇ ਕੁਝ ਦਹਾਕਿਆਂ ਦੌਰਾਨ ਨੈਟਵਰਕ, ਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਬੇਸਡ ਸਰਵਿਸ ਦੀ ਡਿਮਾਂਡ ਵਿੱਚ ਜ਼ਿਆਦਾ ਵਾਧਾ ਹੋਣ ਦਾ ਕਰਕੇ ਇਸ ਸੈਕਟਰ ਨੇ ਆਪਣੀ ਸਰਵਿਸ ਨੂੰ ਬੂਸਟ ਕਰ ਲਿਆ। ਸੋ ਅਜਿਹੇ ਰੀਜਨਸ ਦਾ ਕਰਕੇ ਹੀ ਇਸ ਸੈਕਟਰ ਦੀ ਡੋਮੀਨੇਸ਼ਨ, ਇੰਪੋਰਟੈਂਸ ਦੂਸਰੇ ਸੈਕਟਰ ਦੇ ਨਾਲੋਂ ਜ਼ਿਆਦਾ ਇੰਡੀਆ ਦੇ ਵਿੱਚ ਵੱਧ ਗਈ। ਨੈਕਸਟ ਟੌਪਿਕ ਅਸੀਂ ਸਟਾਰਟ ਕਰਨਾ ਹੈ ਐਮਪਲੋਇਮੈਂਟ ਐਂਡ ਅਨਐਮਪਲੋਇਮੈਂਟ। ਐਮਪਲੋਇਮੈਂਟ ਹੁੰਦਾ ਹੈ ਰੁਜ਼ਗਾਰ, ਜੋ ਲੋਕ ਕੰਮ ਕਰਦੇ ਪਏ ਆ। ਅਨਐਮਪਲੋਇਮੈਂਟ ਬੇਰੁਜ਼ਗਾਰ, ਜਿਨ੍ਹਾਂ ਲੋਕਾਂ ਦੇ ਕੋਲ ਕੋਈ ਕੰਮ ਨਹੀਂ ਹੈ। ਹੇਅਰ ਵੀ ਹੈਵ ਏ ਕੁਐਸਚਨ, ਵੇਅਰ ਆਰ ਮੋਸਟ ਆਫ ਪੀਪਲ ਐਮਪਲੋਇਡ, ਮੀਨਸ ਕਿਸ ਸੈਕਟਰ ਵਿੱਚ ਸਭ ਤੋਂ ਵੱਧ ਲੋਕ ਕੰਮ ਕਰਦੇ ਹਨ। ਇਸ ਕੁਐਸਚਨ ਦੇ ਆਨਸਰ ਲਈ ਅਸੀਂ ਪੇਜ ਨੰਬਰ 25 ਦੇ ਫਸਟ ਗ੍ਰਾਫ ਵਿੱਚ GDP ਨੂੰ ਕੰਪੇਅਰ ਕੀਤਾ ਹੈ, ਜਿਸ ਦੇ ਵਿੱਚ 2013-14 ਐਂਡ 1973 ਔਰ 74 ਦੀ GDP ਦਰਸਾਈ ਗਈ ਹੈ। ਇੱਥੇ ਅਸੀਂ ਵੇਖਦੇ ਹਾਂ ਕਿ 1973-74 ਵਿੱਚ ਪ੍ਰਾਇਮਰੀ ਸੈਕਟਰ ਸਭ ਤੋਂ ਵੱਧ ਪੈਦਾਵਾਰ ਕਰ ਰਿਹਾ ਹੈ, ਮਤਲਬ ਆਪਣੇ ਪ੍ਰੋਡਕਟ ਸਭ ਤੋਂ ਵੱਧ ਜ਼ਿਆਦਾ ਇਹ ਸੈਕਟਰ ਪ੍ਰਾਇਮਰੀ ਸੈਕਟਰ ਤਿਆਰ ਕਰ ਰਿਹਾ ਹੈ। ਨੀਚੇ ਗ੍ਰਾਫ ਨੰਬਰ 3 ਦਿੱਤਾ ਗਿਆ ਹੈ, ਜਿਸ ਦੇ ਵਿੱਚ ਵੇਖਦੇ ਹਾਂ ਕਿ ਉਸ ਸਮੇਂ 1973-74 ਵਿੱਚ 74% ਪੀਪਲਸ ਸਾਡੀ ਪੋਪੂਲੇਸ਼ਨ ਇਸ ਸੈਕਟਰ ਵਿੱਚ ਵਰਕ ਕਰਕੇ ਆਪਣਾ ਰੁਜ਼ਗਾਰ ਕਮਾਉਂਦੀ ਪਈ ਸੀ। 2013-14 ਦੇ ਵਿੱਚ ਦੇਖਿਆ ਜਾਵੇ ਤਾਂ GDP ਦੇ ਵਿੱਚ ਸਭ ਤੋਂ ਵੱਧ ਯੋਗਦਾਨ ਟੈਰੀਟਰੀ ਸੈਕਟਰ ਨੇ ਪਾਇਆ। ਪਰ ਐਮਪਲੋਇਮੈਂਟ ਵਾਸਤੇ ਹੁਣ ਜੇਕਰ ਅਸੀਂ ਗ੍ਰਾਫ 3 ਦੇਖਦੇ ਹਾਂ ਤਾਂ ਉਸ ਦੇ ਵਿੱਚ ਵੇਖਦੇ ਹਾਂ ਕਿ 1973-74 ਸਮੇਂ ਸਿਰਫ 15% ਪੀਪਲਸ ਨੂੰ, ਪਾਪੂਲੇਸ਼ਨ ਨੂੰ ਟੈਰੀਟਰੀ ਸੈਕਟਰ ਨੇ ਰੁਜ਼ਗਾਰ ਦਿੱਤਾ ਹੋਇਆ ਸੀ। ਪਰ 40 ਸਾਲ ਬਾਅਦ ਇਹਨੇ ਆਪਣੀ ਪ੍ਰੋਡਕਸ਼ਨ 'ਤੇ ਬਹੁਤ ਜ਼ਿਆਦਾ ਵਧਾ ਲਈ, ਰੁਜ਼ਗਾਰ ਇਹਨੇ ਲੋਕਾਂ ਨੂੰ ਜ਼ਿਆਦਾ ਨਾ ਦਿੱਤਾ। ਪਹਿਲਾਂ 1973-74 ਦੇ ਵਿੱਚ 15% ਲੋਕ ਇਸ ਸੈਕਟਰ ਵਿੱਚ ਕੰਮ ਕਰਦੇ ਸੀ, ਪਰ 40 ਸਾਲ ਬਾਅਦ ਇਹ ਥੋੜ੍ਹਾ ਜਿਹਾ ਵਾਧਾ ਹੋਇਆ ਅਤੇ 27% ਪੀਪਲ ਇੱਥੇ ਕੰਮ ਕਰਨ ਲੱਗ ਪਏ। ਮਤਲਬ ਇਹਨੇ ਪ੍ਰੋਡਕਸ਼ਨ 'ਤੇ ਆਪਣੀ ਬਹੁਤ ਵਧਾ ਲਈ, ਪਰ ਇਸ ਨੇ ਜ਼ਿਆਦੀਆਂ ਨੌਕਰੀਆਂ ਪੈਦਾ ਨਾ ਕੀਤੀਆਂ। ਜਦੋਂ ਅਸੀਂ ਇਸ ਦਾ ਕੰਪੈਰੀਜ਼ਨ ਪ੍ਰਾਇਮਰੀ ਸੈਕਟਰ ਦੇ ਨਾਲ ਕਰਦੇ ਹਾਂ ਅਤੇ ਵੇਖਦੇ ਹਾਂ ਕਿ ਪ੍ਰਾਇਮਰੀ ਸੈਕਟਰ ਦਾ ਬੇਸ਼ੱਕ ਪ੍ਰੋਡਕਸ਼ਨ ਦੇ ਵਿੱਚ ਗ੍ਰਾਫ ਨੀਚੇ ਆ ਗਿਆ ਕਿ ਉਹਦੀ ਪੈਦਾਵਾਰ ਜਾਂ GDP ਦੇ ਵਿੱਚ ਯੋਗਦਾਨ ਕਾਫੀ ਘੱਟ ਗਿਆ, ਫਿਰ ਵੀ ਤੀਸਰੇ ਗ੍ਰਾਫ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਪ੍ਰਾਇਮਰੀ ਸੈਕਟਰ ਦੇ ਵਿੱਚ 2013-14 ਸਮੇਂ ਵੀ 49% ਪੀਪਲ, ਤਕਰੀਬਨ ਸਾਡੀ ਹਾਫ ਪੋਪੂਲੇਸ਼ਨ ਇਸ ਸੈਕਟਰ ਵਿੱਚ ਕੰਮ ਕਰਕੇ ਆਪਣਾ ਰੁਜ਼ਗਾਰ ਕਮਾ ਰਹੀ ਹੈ। ਹੁਣ ਸਾਨੂੰ ਸੈਕੰਡਰੀ ਔਰ ਟੈਰੀਟਰੀ ਸੈਕਟਰ ਨੇ ਬੇਸ਼ੱਕ GDP ਦੇ ਵਿੱਚ ਵੱਧ ਯੋਗਦਾਨ ਪਾ ਦਿੱਤਾ, ਪਰ ਇਸ ਨੇ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਨੇ ਆਪਣੀ ਪ੍ਰੋਡਕਸ਼ਨ ਪੈਦਾਵਾਰ ਵਿੱਚ ਵਾਧਾ ਤਾਂ ਕਰ ਲਿਆ, ਪਰ ਇਹਨਾਂ ਨੇ ਜ਼ਿਆਦਾ ਨੌਕਰੀਆਂ ਪੈਦਾ ਨਾ ਕੀਤੀਆਂ, ਜਿਸ ਦੇ ਨਾਲ ਐਮਪਲੋਇਮੈਂਟ ਵਿੱਚ ਇਸ ਤਰ੍ਹਾਂ ਦਾ ਗ੍ਰਾਫ ਜਿਹੜਾ ਨੀਚੇ ਹੀ ਰਹਿ ਜਾਂਦਾ ਹੈ। ਨੈਕਸਟ ਸਾਡੇ ਕੋਲ ਇੱਕ ਟਰਮ ਆਉਂਦੀ ਹੈ ਅੰਡਰ ਐਮਪਲੋਇਮੈਂਟ। ਇਸ ਦਾ ਮੀਨਿੰਗ ਹੁੰਦਾ ਹੈ ਛਿਪੀ ਬੇਰੁਜ਼ਗਾਰੀ। ਇੱਥੇ ਵੀ ਇੱਕ ਕੁਐਸਚਨ ਪੁੱਟ ਕੀਤਾ ਗਿਆ ਹੈ, ਵਾਟ ਇਟਸ ਮੀਨ ਇਜ਼ ਡੈਟ ਦੇਅਰ ਆਰ ਮੋਸਟ ਪੀਪਲ ਇਨ ਐਗਰੀਕਲਚਰ ਦੈਨ ਇਨ ਨੈਸੈਸਰੀ। ਮੀਨਸ ਇਸ ਦਾ ਕੀ ਮਤਲਬ ਹੈ ਕਿ ਐਗਰੀਕਲਚਰ ਸੈਕਟਰ ਵਿੱਚ ਲੋੜ ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ। ਇਸ ਦਾ ਮਤਲਬ ਕੀ ਹੋਵੇਗਾ ਕਿ ਜਿੰਨੇ ਲੋਕ ਕੰਮ ਕਰ ਰਹੇ ਆ, ਅਗਰ ਉਹਨਾਂ ਵਿੱਚ ਕੁਝ ਲੋਕਾਂ ਨੂੰ ਹਟਾ ਵੀ ਦਿੱਤਾ ਜਾਵੇ, ਐਗਰੀਕਲਚਰ ਨਾ ਵੀ ਕਰਨ ਦਿੱਤੀ ਜਾਵੇ, ਉਹਨਾਂ ਨੂੰ ਹੋਰ ਕਿਤੇ ਭੇਜ ਦਿੱਤਾ ਜਾਵੇ, ਤਾਂ ਵੀ ਐਗਰੀਕਲਚਰ ਦੀ ਪ੍ਰੋਡਕਸ਼ਨ ਵਿੱਚ, ਝਾੜ ਵਿੱਚ, ਫਸਲ ਦੇ ਝਾੜ ਵਿੱਚ ਕੋਈ ਅਸਰ ਨਹੀਂ ਪਏਗਾ। ਮੀਨਸ ਖੇਤੀਬਾੜੀ ਦੀ ਆਮਦਨ ਅਤੇ ਫਸਲ ਦਾ ਜੋ ਝਾੜ ਆ ਉਹ ਨਹੀਂ ਘਟੇਗਾ। ਜਿਵੇਂ ਆਪਾਂ ਐਗਜ਼ਾਮਪਲ ਲਓ, ਕਿਸੇ ਕਿਸਾਨ ਦੇ ਕੋਲ 5 ਏਕੜ ਜ਼ਮੀਨ ਆ, ਉਹ ਕਿਸਾਨ ਆਪਣੇ ਪਰਿਵਾਰ ਦੇ 4 ਮੈਂਬਰਾਂ ਦੇ ਨਾਲ ਇਸ ਜ਼ਮੀਨ ਵਿੱਚ ਕੰਮ ਕਰ ਰਹੇ, ਔਰ ਇਸ ਤੋਂ ਬਾਅਦ ਉਹ 1 ਕਿੱਲੇ ਦੇ ਵਿੱਚੋਂ 40 ਕੁਇੰਟਲ ਜਾਂ 30 ਕੁਇੰਟਲ ਫਸਲ ਕੱਢਦਾ ਹੈ। ਮੰਨ ਲਓ 30 ਕੁਇੰਟਲ ਫਸਲ ਉਹ ਕੱਢਦਾ ਹੈ। ਅਗਰ ਇਹਨਾਂ 5 ਵਿੱਚੋਂ 3 ਨੂੰ ਹਟਾ ਕੇ ਲੇਬਰ ਵਰਕ, ਫੈਕਟਰੀ ਜਾਂ ਕਿਸੇ ਹੋਰ ਵਰਕ ਵਿੱਚ ਭੇਜ ਦਈਏ,
ਇਸ ਤੋਂ ਬਾਅਦ ਵੀ 2 ਜਣੇ ਉੱਥੇ ਖੇਤਾਂ ਵਿੱਚ ਕੰਮ ਕਰਦੇ ਆ ਅਤੇ ਅਖੀਰ 'ਤੇ ਜਦੋਂ ਫਸਲ ਪੱਕ ਕੇ ਤਿਆਰ ਹੋਈ ਵੇਖਿਆ ਜਦੋਂ ਕੱਟੀ ਦੇ ਝਾੜ ਵਿੱਚ ਕੋਈ ਘਾਟਾ ਨਾ ਪਿਆ। ਇਹਦਾ ਮਤਲਬ ਉਹ 2-3 ਜਣੇ ਜਿਹੜੇ ਇਸ ਖੇਤਾਂ ਵਿੱਚ ਲੱਗੇ ਸੀ ਉਹ ਵਾਧੂ ਲੱਗੇ ਹੋਏ ਸਨ। ਸੋ ਅਜਿਹੇ ਲੋਕ ਜਿੱਥੇ ਨਹੀਂ ਵੀ ਲੋੜ ਉਦੋਂ ਵੀ ਕੰਮ ਕਰ ਰਹੇ ਆ, ਕਿਉਂਕਿ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈਗਾ, ਜਾਂ ਉਹ ਆਪਣੀ ਦਿਹਾੜੀ ਘੱਟ ਹੋਣ ਦਾ ਕਰਕੇ ਇੰਨੇ ਰੇਟ 'ਤੇ ਕੰਮ ਹੋਰ ਕਿਤੇ ਨਹੀਂ ਕਰਨਾ ਚਾਹੁੰਦੇ। ਅਜਿਹੇ ਲੋਕਾਂ ਨੂੰ ਫਿਰ ਅਸੀਂ ਅੰਡਰ ਇੰਪਲੋਇਮੈਂਟ